ਪਟਿਆਲਾ ਚ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਕੀਤਾ ਚੋਣ ਪ੍ਰਚਾਰ। ਰੈਲੀ ਨੂੰ ਸੰਬੋਧਨ ਕਰਦੇ ਬੋਲੇ, ਮੋਦੀ ਨੂੰ ਲਿਆਓ, ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਓ, ਨਸ਼ਾ ਮੁਕਤੀ ਦਾ ਵੀ ਲਗਾਇਆ ਨਾਰਾ। ਲੁਧਿਆਣਾ ਚ ਅਮਿਤ ਸ਼ਾਹ ਨੇ ਭਰੀ ਸਿਆਸੀ ਹੰਕਾਰ, ਚੰਨੀ ਤੇ ਬੋਲਿਆ ਵੱਡਾ ਹਮਲਾ, ਕਿਹਾ ਪ੍ਰਧਾਨ ਮੰਤਰੀ ਤੱਕ ਨੂੰ ਸੁਰੱਖਿਆ ਨਹੀਂ ਦੇ ਸਕੇ ਸੀਐਮ, ਬਾਰਡਰ ਸਟੇਟ ਪੰਜਾਬ ਨੂੰ ਕਿਵੇਂ ਰੱਖਣਗੇ ਸੁਰੱਖਿਆ। ਪ੍ਰਿयंका गांधी ने चन्नी दी की तारीफ, ਤਾਂ ਕੈਪਟਨ ਤੇ ਬੋਲਿਆ ਹਮਲਾ, ਕਿਹਾ ਬੀਜੇਪੀ ਨਾਲ ਮਿਲ ਕੇ ਸਰਕਾਰ ਚਲਾਉਣ ਵਾਲੇ ਨੂੰ ਮਜਬੂਰੀ ਦੇ ਵਿੱਚ ਕਰਨਾ ਪਿਆ ਪਾਸੇ, ਪਰ ਚੰਨੀ ਨੇ ਬਾਖੂਬੀ ਸੰਭਾਲਿਆ ਮੁੱਖ ਮੰਤਰੀ ਦਾ ਅਹੁਦਾ। ਕੇਜਰੀਵਾਲ ਨੇ ਸੀਐਮ ਚੰਨੀ ਨੂੰ ਲੈ ਕੇ ਕੀਤਾ ਵੱਡਾ ਦਾਅਵਾ, ਬੋਲੇ ਸਾਡੇ ਸਰਵੇ ਮੁਤਾਬਕ ਦੋਵੇਂ ਸੀਟਾਂ ਹਾਰ ਰਹੇ ਨੇ ਚੰਨੀ, ਚੋਣ ਹੀ ਨਹੀਂ ਜਿੱਤਣਗੇ ਤਾਂ ਮੁੱਖ ਮੰਤਰੀ ਕਿਵੇਂ ਬਣਨਗੇ। ਮਾਨਸਾ ਪਹੁੰਚੇ ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਬੋਲੇ, ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਨਾ ਕਰ ਲੈਣਾ ਵੱਡੀ ਗਲਤੀ, ਪੰਜਾਬ ਦੇ ਪਾਣੀਆਂ ਤੇ ਹੈ ਕੇਜਰੀਵਾਲ ਦੀ ਅੱਖ। ਪ੍ਰਿयंका ਗਾਂਧੀ ਨੇ ਕੀਤੀ ਪੰਜਾਬ ਦੇ ਖੇਤਾਂ ਦੀ ਸੈਰ, ਸੀਐਮ ਚੰਨੀ ਅਤੇ ਜਾਖੜ ਸਣੇ ਖੇਤਾਂ ਦੇ ਵਿੱਚ ਘੁੰਮੇ ਪ੍ਰਿयंका, ਧੂਰੀ ਦੇ ਵਿੱਚ ਮਹਿਲਾਵਾਂ ਨਾਲ ਕੀਤਾ ਸੰਵਾਦ। ਭਗਵੰਤ ਮਾਨ ਦਾ ਕਾਂਗਰਸ ਤੇ ਤੰਜ, ਬੋਲੇ ਕੁਰਸੀ ਪਿੱਛੇ ਆਪਸ 'ਚ ਲੜ ਰਹੇ ਕਾਂਗਰਸੀ, ਕਿਸੇ ਨੂੰ ਸੂਬੇ ਦੀ ਫਿਕਰ ਨਹੀਂ, ਕਿਹਾ ਪੰਜਾਬ ਦੇ ਵਿੱਚ ਸਰਕਸ ਬਣ ਕੇ ਰਹਿ ਗਈ ਹੈ ਕਾਂਗਰਸ। ਬੀਜੇਪੀ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਚੁੱਕੇ ਸਵਾਲ, ਕਿਹਾ ਪੈਸੇ ਕਰਨ ਦੀ ਬਜਾਏ ਰਾਜਧਾਨੀ ਦੇਣ ਦੀ ਹੋਵੇ ਗੱਲ, ਪਾਣੀਆਂ ਦਾ ਮਸਲਾ ਕੀਤਾ ਜਾਵੇ। इंसाफ का सफर अजे भी अधूरा, चमकौर साहब की तरफ सियासत का ही क्यों बनया तुरा, सियासतदानां नूं जनता दा हर सवाल, कोटकपूरा तो धमाकेदार शो लाइव अज शाम 7 बजे। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ। ਦੇਸ਼ ਦੇ ਵੱਡੇ ਸਿਆਸਤਦਾਨ ਪੰਜਾਬ ਦੇ ਵਿੱਚ ਡੇਰਾ ਲਗਾ ਕੇ ਬੈਠੇ ਨੇ, ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਤੇ ਕੇਜਰੀਵਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਹਮਲਾਵਰ ਨੇ। ਵੱਡਾ ਹਮਲਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਤੇ ਕਹਿ ਰਹੇ ਨੇ ਕਿ ਦੋਵੇਂ ਸੀਟਾਂ ਚਰਨਜੀਤ ਚੰਨੀ ਹਾਰ ਰਹੇ ਨੇ, ਜਿੱਤਣਗੇ ਹੀ ਨਹੀਂ ਤਾਂ ਫਿਰ ਮੁੱਖ ਮੰਤਰੀ ਕਿਵੇਂ ਬਣਨਗੇ ਚਰਨਜੀਤ ਸਿੰਘ ਚੰਨੀ। ਚਮਕੌਰ ਸਾਹਿਬ ਦੇ ਲੋਕ ਸੀਐਮ ਚੰਨੀ ਤੋਂ ਨਾਰਾਜ਼ ਨੇ, ਅਸੀਂ ਮੁੱਖ ਮੰਤਰੀ ਚੰਨੀ ਦੀਆਂ ਦੋਵੇਂ ਸੀਟਾਂ ਦੇ ਉੱਤੇ ਸਰਵੇ ਕਰਵਾਇਆ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਚਮਕੌਰ ਸਾਹਿਬ ਦੀ ਸੀਟ ਦੇ ਉੱਤੇ ਹਾਰ ਰਹੇ ਨੇ ਤੇ ਦੋ ਸੀਟਾਂ ਇਸ ਸਮੇਂ ਚਰਨਜੀਤ ਸਿੰਘ ਚੰਨੀ ਲੜ ਰਹੇ ਨੇ, ਇੱਕ ਚਮਕੌਰ ਸਾਹਿਬ ਦੀ ਸੀਟ ਤਾਂ ਦੂਜੀ ਭਦੌੜ ਵਿਧਾਨ ਸਭਾ ਹਲਕਾ। ਤੇ ਕੇਜਰੀਵਾਲ ਦਾਅਵਾ ਕਰ ਰਹੇ ਨੇ, ਪੰਜਾਬ ਪਹੁੰਚੇ ਹੋਏ ਨੇ ਅਰਵਿੰਦ ਕੇਜਰੀਵਾਲ ਤੇ ਦਾਅਵਾ ਕਰ ਰਹੇ ਨੇ ਕਿ ਚਰਨਜੀਤ ਚੰਨੀ ਤਾਂ ਆਪਣੀਆਂ ਦੋਵੇਂ ਸੀਟਾਂ ਹਾਰ ਰਹੇ ਨੇ ਤੇ ਸਵਾਲ ਪੁੱਛ ਰਹੇ ਨੇ ਕਿ ਜੇ ਦੋਵੇਂ ਸੀਟਾਂ ਹਾਰ ਗਏ ਤਾਂ ਫਿਰ ਮੁੱਖ ਮੰਤਰੀ ਕਿਵੇਂ ਬਣਨਗੇ, ਇਹ ਵੱਡਾ ਸਵਾਲ ਹੈ। ਖੈਰ ਆਪੋ ਆਪਣੇ ਸਰਵੇਆਂ ਦਾ ਜ਼ਿਕਰ ਇਸ ਸਮੇਂ ਕੀਤਾ ਜਾ ਰਿਹਾ ਹੈ ਪੋਲੀਟੀਕਲ ਪਾਰਟੀਆਂ ਦੇ ਵੱਲੋਂ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ। ਪਹਿਲਾਂ ਚਮਕੌਰ ਸਾਹਿਬ ਦੀ ਸੀਟ ਨੂੰ ਲੈ ਕੇ ਇਹ ਦਾਅਵਾ ਕੀਤਾ ਗਿਆ ਸੀ ਤੇ ਹੁਣ ਦਾਅਵਾ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਕਿ ਦੋਵੇਂ ਸੀਟਾਂ ਚਰਨਜੀਤ ਸਿੰਘ ਚੰਨੀ ਹਾਰ ਰਹੇ ਨੇ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਲਗਾਤਾਰ ਜਿੱਤਦੇ ਆਏ ਨੇ। 2007 2012 2017 ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਤੇ 2022 ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਚਮਕੌਰ ਸਾਹਿਬ ਤੋਂ, ਔਰ ਇਸ ਵਾਰ ਤਾਂ ਬਤੌਰ ਮੁੱਖ ਮੰਤਰੀ ਦਾ ਚਿਹਰਾ, ਬਤੌਰ ਮੁੱਖ ਮੰਤਰੀ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਉਹਨਾਂ ਨੂੰ ਦੂਜੀ ਸੀਟ ਦਿੱਤੀ ਗਈ ਹੈ ਬਰਨਾਲਾ ਦੀ ਭਦੌੜ। ਬਰਨਾਲਾ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਭਦੌੜ ਦੇ ਵਿੱਚ ਵੀ ਜਾ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਚਰਨਜੀਤ ਚੰਨੀ ਤੇ ਕੇਜਰੀਵਾਲ ਆਏ ਹੋਏ ਨੇ ਪੰਜਾਬ। ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਦੋਵੇਂ ਸੀਟਾਂ ਹਾਰ ਰਹੇ ਨੇ ਚਰਨਜੀਤ ਸਿੰਘ ਚੰਨੀ। चन्नी साहब दो सीटों से लड़ रहे हैं, खडूर साहब से और भदौर से। चमकौर साहब से और चमकौर साहब से और भदौर से, सॉरी, चमकौर साहब से और भदौर से। हमने दोनों सीटों पे सर्वे कराए हैं, एक बार कराया, नतीजे बड़े शॉकिंग आए, फिर दोबारा कराया, फिर तिबारा कराया, 3 बार सर्वे कराए। चन्नी साहब दोनों सीटों से हार रहे हैं और बुरी तरह से हार रहे हैं। खडूर साहब में, सॉरी, चमकौर साहब में आम आदमी पार्टी 52% पे है, चन्नी साहब 35% पे हैं। भदौर से आम आदमी पार्टी 48% पे है,
चन्नी साहब 30% पे हैं। तो वो सीएम चेहरा तो हैं लेकिन सीएम नहीं बनेंगे। जब एमएलए ही नहीं बनेंगे तो सीएम कैसे बनेंगे? लोग उनसे बहुत ज़्यादा नाराज़ हैं, खासकर चमकौर साहब के लोग, जहाँ से वो 2007 से एमएलए हैं, वहाँ के लोग उनसे बहुत ज़्यादा नाराज़ हैं। ये भी चन्नी जी का चमत्कार है। 111 दिन में उन्होंने गजब के चमत्कार किए हैं यहाँ पे, कि उन्होंने खुद ही अपनी जांच करा ली, उन अफसरों से जांच कराई जो उसी इलाके के थे, जो शायद रेता चोरी में मदद करते होंगे। उसी इलाके के ऊपर से नीचे तक जो अफसर थे, उन्हीं को कह दिया भाई तुम अपनी जांच करके बताओ। जब ये सीएम बनेंगे असली जांच ये कराएंगे, तब असली जांच जब ये कराएंगे तो दूध का दूध पानी का पानी। कैसे संतुष्ट हो सकते? अपनी जांच कोई कैसे करा सकता है? अपनी जांच करा के 4 दिन में क्लीन चिट भी ले ली, कोई एफआईआर हुई, एफआईआर के बाद ही तो पावर आती है इन्वेस्टिगेट करने की, कुछ नहीं हुआ। अच्छा, दूसरी चीज हमें पता चला है ईडी के अंदर उनके भांजे ने चन्नी के ये कबूल कर लिया कि ये पैसा चन्नी जी का है, ट्रांसफर पोस्टिंग का ये सारा पैसा उनका है। मैं ये जानना चाहता हूँ, ईडी में अगर कोई इस तरह से कबूल कर ले और किसी का नाम ले तो उसकी तो तुरंत गिरफ्तारी होती है। ईडी चन्नी साहब को गिरफ्तार क्यों नहीं कर रहा? हिसाब से तो उनकी गिरफ्तारी होनी चाहिए थी, उनसे गिरफ्तार करके उनसे क्वेश्चनिंग इन्वेस्टिगेशन होनी चाहिए थी, इंटेरोगेशन होनी चाहिए थी उनकी। अरविंद केजरीवाल ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੋਵੇਂ ਸੀਟਾਂ ਹਾਰ ਰਹੇ ਨੇ। ਆਪੋ ਆਪਣੇ ਦਾਅਵੇ ਇਹ ਇੱਕ ਵੱਖਰੇ ਤਰੀਕੇ ਨਾਲ ਪੰਜਾਬ 'ਚ ਸਿਆਸਤ ਹੋ ਰਹੀ ਹੈ ਕਿ ਦੂਜੇ ਦੀ ਸੀਟ ਦਾ ਸਰਵੇ ਦੱਸਿਆ ਜਾ ਰਿਹਾ ਹੈ। ਉਧਰ ਅਰविंद केजरीवाल ਨੇ ਟਵੀਟ ਕੀਤਾ, ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨੇ ਇਹ ਲਿਖਿਆ ਕਿ ਇਹ ਸਭ ਸਿਰਫ ਮੈਨੂੰ ਗਾਲਾਂ ਕੱਢਦੇ ਰਹੇ। ਅਮਿਤ ਸ਼ਾਹ ਜੀ ਨੇ ਅੱਜ ਮੈਨੂੰ ਖੂਬ ਗਾਲਾਂ ਕੱਢੀਆਂ। ਚੰਨੀ ਸਾਹਿਬ, ਸੁਖਬੀਰ ਬਾਦਲ ਰੋਜ਼ ਮੈਨੂੰ ਗਾਲਾਂ ਦਿੰਦੇ ਨੇ। ਇੱਕ ਦੂਜੇ ਨੂੰ ਨਹੀਂ, ਸਿਰਫ ਮੈਨੂੰ ਗਾਲਾਂ ਕੱਢਦੇ ਨੇ। ਮੇਰਾ ਕਸੂਰ, ਮੈਂ ਪੰਜਾਬ ਦੇ ਸਕੂਲ, ਹਸਪਤਾਲ, ਬਿਜਲੀ ਪਾਣੀ ठीक करना चाहता हाँ, रोजगार देना चाहता हाँ। तो अरविंद केजरीवाल कह रहे हैं कि पंजाब के इस समय जिहड़ियां विरोधी पार्टियां ने, आम आदमी पार्टी दे मुख पार्टियां ने, जिहड़े वड्डे आगू इस समय पंजाब आ रहे हैं, वो सारे आम आदमी पार्टी के उत्ते, अरविंद केजरीवाल के उत्ते निशाने साध रहे हैं। ਤਾਂ ਪੰਜਾਬ ਦੇ ਵਿੱਚ ਕੌਮੀ ਲੀਡਰਾਂ ਨੇ ਚੋਣ ਪ੍ਰਚਾਰ ਦਾ ਅਖਾੜਾ ਪਖਾਇਆ ਹੋਇਆ ਹੈ। ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਹੋਏ ਨੇ ਤਾਂ ਉਧਰ ਅਮਿਤ ਸ਼ਾਹ ਤੇ ਪ੍ਰਿਯੰਕਾ ਗਾਂਧੀ ਵੀ ਚੋਣ ਪਿੜ ਦੇ ਵਿੱਚ ਉਤਰੇ ਹੋਏ ਨੇ। ਲੁਧਿਆਣਾ ਤੇ ਪਟਿਆਲਾ ਦੇ ਵਿੱਚ ਅਮਿਤ ਸ਼ਾਹ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਤਾਂ ਕੋਟਪੁਰਾ ਤੇ ਧੂਰੀ ਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਚੋਣ ਪ੍ਰਚਾਰ ਕੀਤਾ ਔਰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ। ਔਰ ਪ੍ਰਿਯੰਕਾ ਗਾਂਧੀ ਧੂਰੀ ਵੀ ਪਹੁੰਚੇ ਹੋਏ ਸਨ। ਧੂਰੀ ਦੇ ਵਿੱਚ ਭਗਵੰਤ ਮਾਨ ਚੋਣ ਮੈਦਾਨ ਦੇ ਵਿੱਚ ਨੇ। ਧੂਰੀ ਦੇ ਵਿੱਚ ਵੀ ਪੂਰੀ ਤਾਕਤ ਇਸ ਸਮੇਂ ਜ਼ਰੂਰ ਕਾਂਗਰਸ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਤੇ ਗੱਲ ਪਟਿਆਲਾ ਦੀ ਕੀਤੀ ਜਾਵੇ, ਕੈਪਟਨ ਅਮਰਿੰਦਰ ਸਿੰਘ ਇੱਥੋਂ ਚੋਣ ਮੈਦਾਨ ਦੇ ਵਿੱਚ ਨੇ ਪਟਿਆਲਾ ਸ਼ਹਿਰੀ ਤੋਂ। ਤਾਂ ਪਟਿਆਲੇ ਜ਼ਿਲ੍ਹੇ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਅਮਿਤ ਸ਼ਾਹ ਦੇ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਹੈ। ਬਕਾਇਦਾ ਉਹਨਾਂ ਨੇ ਇੱਕ ਇੱਕ ਕਰਕੇ ਜਿਹੜੀਆਂ ਵੱਖ-ਵੱਖ ਸੀਟਾਂ ਪਟਿਆਲਾ ਤੇ ਸਰਾਊਂਡਿੰਗਸ ਹੈਗੀਆਂ ਨੇ ਉਸ ਦਾ ਜ਼ਿਕਰ ਕੀਤਾ। ਰਾਜਪੁਰਾ ਦਾ, ਘਨੌਰ ਸਨੌਰ ਦਾ, ਪਟਿਆਲਾ ਦਿਹਾਤੀ ਦਾ, ਉਸ ਤੋਂ ਬਾਅਦ ਨਾਭੇ ਦਾ, ਸ਼ੁਤਰਾਣਾ ਦਾ, ਇਹ ਸਾਰੀਆਂ ਸੀਟਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਜ਼ਿਕਰ ਅਮਿਤ ਸ਼ਾਹ ਕਰਦੇ ਹੋਏ ਨਜ਼ਰ ਆਏ। ਖੈਰ ਪ੍ਰਚਾਰ ਦਾ ਇਹ ਤਰੀਕਾ ਹੈ। ਤੇ ਜਦੋਂ ਪਹੁੰਚੇ ਹੋਏ ਸਨ ਅਮਿਤ ਸ਼ਾਹ ਤੇ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਖੂਬ ਚੋਣ ਪ੍ਰਚਾਰ ਕੀਤਾ ਗਿਆ। ਦੂਜੇ ਪਾਸੇ ਧੂਰੀ ਤੇ ਕੋਟਕਪੁਰਾ ਪ੍ਰਿਯੰਕਾ ਗਾਂਧੀ ਦੇ ਵੱਲੋਂ ਚੋਣ ਮੁਹਿੰਮ ਨੂੰ ਅੱਗੇ ਵਧਾਇਆ ਗਿਆ। अरे केजरीवाल साहब जो सिर्फ और सिर्फ वोटों की राजनीति करते हैं, उनका सुरक्षा से कोई लेन देन नहीं है। गत चुनाव को याद करना, इनकी चली तो सारे आतंकवादियों को फिर से रिवाइव कर देंगे भैया, रिवाइव कर देंगे। ये पंजाब को सुरक्षित कर सकते हैं क्या? जोर से बोलिए, कर सकते हैं? पंजाब को सुरक्षित केवल और केवल मोदी जी के नेतृत्व में एनडीए की सरकार कर सकती है मित्रों, एनडीए की सरकार। कोई लचर सरकार पंजाब और भारत की सुरक्षा कर सकती है क्या? जोर से बोलिए, कर सकती है क्या? ये चन्नी के नेतृत्व में पंजाब सुरक्षित रह सकता है क्या? अरे भाई, कोई कॉमेडी फिल्म नहीं चलानी है, देश चलाना है। जरा तो संजीदगी से बात करो। हो सकता है क्या, बताइए? आपके सामने दिल्ली का मॉडल दिखाया जाता है। बड़े बड़े विज्ञापनों पे
और आपके पास लोग आकर प्रचार करते हैं कि दिल्ली का मॉडल देखिए, दिल्ली की सरकार देखिए। मत भूलिए मेरे भाइयों और बहनों, एक बार पहले एक ऐसे मॉडल का प्रचार हुआ था 2014 में, जब भाजपा की केंद्र में सरकार बनी थी तो गुजरात मॉडल के आधार पर बनी थी। उसी तरह से जिस तरह आपके सामने आज प्रचार हो रहा है, बड़े बड़े विज्ञापन थे, इतना विकास हुआ है गुजरात में, बिजनेस आसान हो गया है, गरीब नहीं है, सब अमीर हो रहे हैं, सब खुशहाल है, किसान खुशहाल है, रोजगार ही रोजगार है। और क्या हुआ? वो मॉडल सिर्फ विज्ञापनों में था। आपको एक ऐसी सरकार मिली जिसमें रोजगार घटे, आपको एक ऐसी सरकार मिली जिसने किसानों को कुचल डाला, एक ऐसी सरकार मिली जिसने शिक्षा सेहत के कोई संस्थान नहीं बनाए। और दिल्ली की असलियत भी अलग नहीं है। जो आम आदमी पार्टी है वो उभरी कहां से है? वो उभरी ही आरएसएस से है। उस नई राजनीति में आपको एक ऐसे इंसान, एक ऐसे शख्स मिले, चरणजीत सिंह चन्नी जी, जो आप में से उभरे, जो आपकी तरह हैं, एक गरीब परिवार के मुख्यमंत्री जिन्होंने आपके लिए 100-150 दिनों में ही इतना कुछ कर डाला, क्योंकि वो आपकी समस्याओं को समझते हैं। वो जानते हैं कि पंजाब की सरकार पंजाब से चलनी चाहिए। तो एक दूजे ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੀ ਪੰਜਾਬ ਦੀ ਸਿਆਸਤ ਭੱਗੀ ਹੋਈ ਹੈ। ਪ੍ਰਿयंका ਗਾਂਧੀ ਨੇ ਚੰਨੀ ਦੀ ਸ਼ਲਾਘਾ ਕੀਤੀ, ਪਰ ਕੈਪਟਨ ਅਤੇ ਬੀਜੇਪੀ ਦੇ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਕੈਪਟਨ ਦੇ ਉੱਤੇ। ਤਾਂ ਉਧਰ ਕੈਪਟਨ ਦੇ ਹੱਕ ਦੇ ਵਿੱਚ ਪਟਿਆਲਾ ਚੋਣ ਪ੍ਰਚਾਰ ਕਰ ਰਹੇ ਅਮਿਤ ਸ਼ਾਹ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਕਾਂਗਰਸ ਨੇ ਕੈਪਟਨ ਦਾ ਅਪਮਾਨ ਕੀਤਾ ਹੈ। खुद हमें अपनी सरकार के बारे में एहसास हुआ कि कुछ ठीक नहीं है। वो हमने बदला। क्यों बदला? क्योंकि हम जानते हैं कि पंजाबियों के लिए पंजाबियत से बढ़कर कुछ नहीं है। अगर हमारी सरकार किसी और के कहने पे चल रही थी, पंजाब से बाहर किसी भाजपा की सरकार के कहने पे चल रही थी, उसके साथ कुछ साठगांठ थी, तो उसे बदलना बहुत ही ज्यादा जरूरी था। तो हमने बदला। मित्रों, कैप्टन साहब बहुत वरिष्ठ नेता है। मैं हमेशा, कैप्टन साहब दूसरे दल के नेता रहे, फिर भी हमेशा से मैंने कैप्टन साहब का मन से सम्मान करा है। सार्वजनिक भाषणों में भी इनके प्रति सम्मान का भाव। जिस प्रकार का व्यवहार कांग्रेस ने कैप्टन साहब के साथ किया है, मैं पटियाला वालों को पूछने आया हूं, 9 में से एक भी सीट कांग्रेस को जानी चाहिए क्या? रुकने एक छोटे ਜਿਹੇ ब्रेक के लिए वापस आवांगे कुछ और खबरों के नाल।